ਵਾਹਿਗੁਰੂ ਜੀ। ਸੋ ਧਰਤੀ ਭਈ ਹਰਿਆਵਲੀ, ਜਿਤੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਆਹੋ ਸਿਰਸ਼ਾਂ ਦੈ ਚਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨ ਲਗੋ ਪਿਆਰ। ਸਬਦੈ ਸਾਧ ਨ ਆਇਓ, ਮਰ ਜਨਮੈ ਵਾਰੂ ਵਾਰ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨ ਲਗੋ ਪਿਆਰ। ਸਬਦੈ ਸਾਧ ਨ ਆਇਓ, ਮਰ ਜਨਮੈ ਵਾਰੂ ਵਾਰ। ਮਨ ਮੁਖ ਅੰਧ ਨ ਚੇਤਈ, ਕਿਤ ਆਇਆ ਸੈਸਾਰ। ਨਾਨਕ ਜਿਨ ਕਉ ਨਦਰ ਕਰੀ, ਸੇ ਗੁਰਮੁਖ ਲੰਘੇ ਪਾਰ। ਮਨ ਮੁਖ ਅੰਧ ਨ ਚੇਤਈ, ਕਿਤ ਆਇਆ ਸੈਸਾਰ। ਨਾਨਕ ਜਿਨ ਕਉ ਨਦਰ ਕਰੀ, ਸੇ ਗੁਰਮੁਖ ਲੰਘੇ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਆਕਾਸ਼ ਰੂਪ ਸਰੂਪ, ਸਾਧ ਸੰਗਤ ਜੀ, ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ
ਗੁਰਦੁਆਰਾ ਮੰਜੀ ਸਾਹਿਬ ਦੀਵਾਨਾਲ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆਗਮਨ ਵੈਸਾਖ ਵਦੀ ਪੰਚਮੀ ਸੰਮਤ 1678 ਬਿਕਰਮੀ ਨੂੰ 1 ਅਪ੍ਰੈਲ ਸਨ 1621 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅੰਮ੍ਰਿਤ ਵੇਲੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਹੋਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਗਤ ਜੀ ਦੀਵਾਨ ਵਿੱਚ ਜੁੜ ਬੈਠੇ ਸਨ। ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਕੀਤਾ। ਆਸਾ ਦੀ ਵਾਰ ਦੇ ਭੋਗ ਤੋਂ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ੍ਰੀ ਮੁਖਵਾਕ ਸਰਵਣ ਕਰਾਇਆ। ਉਪਰੰਤ ਸਤਿਗੁਰੂ ਜੀ ਸਿੱਖਾਂ ਦੇ ਸਮੇਤ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆਏ ਤਾਂ ਉਸ ਵੇਲੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਆਪ ਜੀ ਦੇ ਘਰ ਪੰਜਵੇਂ ਸੁਪੁੱਤਰ ਨੇ ਅਵਤਾਰ ਧਾਰਿਆ ਹੈ। ਗੁਰਸਿੱਖਾਂ ਦੇ ਅੰਦਰ ਬਹੁਤ ਖੁਸ਼ੀ ਹੋਈ।
ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਸਮੇਤ ਗੁਰੂ ਕੇ ਮਹਿਲਾਂ ਵਿੱਚ ਗਏ। ਜਾ ਕਰਕੇ ਨਵ ਜਨਮੇ ਬਾਲਕ ਦੇ ਦਰਸ਼ਨ ਕੀਤੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਾਰਨ ਪੁੱਛਿਆ, ਮਹਾਰਾਜ ਆਪ ਜੀ ਦੇ ਪਹਿਲਾਂ 4 ਸਾਹਿਬਜ਼ਾਦੇ ਹੋਏ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ। ਮਹਾਰਾਜ ਆਪ ਜੀ ਨੇ ਪਹਿਲਾਂ ਤਾਂ ਕਦੇ ਨਮਸਕਾਰ ਨਹੀਂ ਕੀਤੀ। ਇਸ ਬਾਲਕ ਨੂੰ ਆਪ ਜੀਆਂ ਨੇ ਨਮਸਕਾਰ ਕੀਤੀ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਇਹ ਬਾਲਕ ਧਰਮ ਰੱਖਿਅਕ ਹੈ ਔਰ ਹਿੰਦੁਸਤਾਨ ਦੇ ਸੰਕਟ ਦੂਰ ਕਰਨ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਵੱਲੋਂ ਧੁਰੋਂ ਇਹਨਾਂ ਦੀ ਇਹ ਸੇਵਾ ਲੱਗੀ ਹੈ, ਇਸ ਕਰਕੇ ਇਹਨਾਂ ਨੂੰ ਨਮਸਕਾਰ ਕੀਤੀ ਹੈ। ਬਹੁਤ ਭਾਰੀ ਗੁਰੂ ਹੋਣਗੇ। ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਨੇ ਨਵ ਜਨਮੇ ਬਾਲਕ ਦਾ ਨਾਮ ਤੇਗ ਬਹਾਦਰ ਰੱਖਿਆ ਹੈ। ਸਾਡੇ ਜਿੰਨੇ ਵੀ ਇਤਿਹਾਸਕ ਗ੍ਰੰਥ ਨੇ, ਉਹਨਾਂ ਸਾਰੇ ਗ੍ਰੰਥਾਂ ਦੇ ਵਿੱਚ ਤਕਰੀਬਨ ਨਾਮ ਤੇਗ ਬਹਾਦਰ ਆਇਆ ਹੈ ਔਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਵੀ ਇਹੀ ਦਰਸਾਇਆ ਹੈ ਕਿ ਗੁਰੂ ਸਾਹਿਬ ਜੀ ਨੇ ਨਾਮ ਤੇਗ ਬਹਾਦਰ ਰੱਖਿਆ। ਪਰ ਨਾਲ ਉਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਅਖਬਾਰ ਨੇ ਨਾਮ ਤਿਆਗ ਮੱਲ ਦਿੱਤਾ ਹੈ ਅਖਬਾਰ ਦੇ ਵਿੱਚ, ਔਰ ਸਾਡੇ ਧਾਰਮਿਕ ਇਤਿਹਾਸਕ ਗ੍ਰੰਥਾਂ ਦੇ ਵਿੱਚ ਕਿਤੇ ਵੀ ਤਿਆਗ ਮੱਲ ਦਾ ਜ਼ਿਕਰ ਨਹੀਂ। ਇਹ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਅਖਬਾਰ ਦਾ ਹਵਾਲਾ ਦਿੰਦਿਆਂ ਦਰਸਾਇਆ ਹੈ ਕਿ ਉਸ ਅਖਬਾਰ ਦੇ ਵਿੱਚ ਤਿਆਗ ਮੱਲ ਰੱਖਿਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਸੰਗਤ ਜੀ, ਕੋਈ 8 ਸਾਲ ਦਾ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਵਿਚਰੇ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਜਣਾ, ਇਸ਼ਾਰੇ ਦੀ ਢੀਕ ਕਰਨੀ ਪਈ ਜੋ ਸਤਿਗੁਰੂ ਜੀ ਸੇਵਾ ਲਾਉਣ ਮੈਂ ਉਹ ਸੇਵਾ ਪੂਰੀ ਕਰਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਦਿਆ ਦਾ ਪ੍ਰਬੰਧ ਕੀਤਾ। ਗੁਰਮਤਿ ਦੀ ਵਿਦਿਆ, ਗੁਰੂ ਕੀ ਬਾਣੀ ਦੀ ਸੰਤਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਦਿਵਾਈ ਹੈ। ਔਰ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਅਤੇ ਭਾਈ ਜੇਠਾ ਜੀ ਦੇ ਪਾਸੋਂ ਸ਼ਾਸਤਰ ਵਿਦਿਆ ਵੀ ਦ੍ਰਿੜ ਕਰਵਾਈ ਹੈ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 11 ਸਾਲ ਦੀ ਅਵਸਥਾ ਵਿੱਚ ਆਨੰਦ ਕਾਰਜ ਬਾਤ ਗੁਜਰੀ ਜੀ ਦੇ ਨਾਲ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਇਆ। ਬਾਬਾ ਲਾਲ ਚੰਦ ਜੀ, ਮਾਤਾ ਬਿਸ਼ਨ ਕੌਰ ਜੀ, ਕਈ ਵਿਦਵਾਨਾਂ ਨੇ ਕ੍ਰਿਸ਼ਨ ਕੌਰ ਵੀ ਲਿਖਿਆ ਹੈ। ਜਦੋਂ ਆਨੰਦ ਕਾਰਜ ਦੀ ਮਰਜ਼ਾਦਾ ਹੋਈ ਤੇ ਬਾਬਾ ਲਾਲ ਚੰਦ ਜੀ, ਮਾਤਾ ਬਿਸ਼ਨ ਕੌਰ ਜੀ ਆਪਣੀ ਧੀ ਨੂੰ ਸਹੁਰੇ ਤੋਰਨ ਲੱਗੇ ਤੇ ਉਦੋਂ ਇਹੀ ਸਿੱਖਿਆ ਦਿੱਤੀ ਸੀ, ਆਪਣੇ ਪਤੀ ਦੀ ਸੇਵਾ ਵਿੱਚ ਤਤਪਰ ਰਹਿਣਾ। ਸੰਗਤ ਜੀ, ਬਾਤ ਗੁਜਰ ਕੌਰ ਜੀ ਜਿਨ੍ਹਾਂ ਨੇ ਸਾਵਧਾਨ ਹੋ ਕਰਕੇ ਆਪਣੇ ਪਤੀ ਦੀ ਸੇਵਾ ਕੀਤੀ ਹੈ। ਜੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਗੁਰ ਸ਼ਬਦ ਅਭਿਆਸ ਵਿੱਚ ਟਿਕ ਜਾਂਦੇ ਤੇ ਮਾਤਾ ਜੀ ਦਰਵਾਜ਼ੇ ਤੇ ਪਹਿਰਾ ਦਿਆ ਕਰਦੇ ਸਨ। ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਤੋਂ ਅੱਗੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋਏ ਔਰ ਇਹ ਜਿਹੜੀ ਚੌਥੀ ਜੰਗ ਹੈ ਕਰਤਾਰਪੁਰ ਦੀ, ਇਸ ਜੰਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਤਲਵਾਰ ਵੀ ਚਲਾਈ ਹੈ ਔਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਲਦੀ ਤਲਵਾਰ ਤੋਂ ਅਤਿਅੰਤ ਪ੍ਰਸੰਨ ਹੋਏ। ਫਿਰ ਆਪ ਜੀ ਕੁਝ ਸਮਾਂ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਰਹੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਦਾ ਸਮਾਂ ਨਜ਼ਦੀਕ ਜਾਣ ਕੇ ਗੁਰਤਾ ਗੱਦੀ ਦੀ ਦਾਤ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ। ਭਾਵੇਂ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੇ ਬਾਬਾ ਸੂਰਜਮਲ ਜੀ ਨੂੰ, ਬਾਬਾ ਅਣੀ ਰਾਏ ਜੀ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਵੀ ਸੀ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਗੁਰਤਾ ਗੱਦੀ ਦੇ ਯੋਗ ਨਹੀਂ। ਇਤਿਹਾਸ ਨੇ ਇਹ ਵੀ ਜ਼ਿਕਰ ਕੀਤਾ ਹੈ, ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡਾ ਛੋਟਾ ਸਾਹਿਬਜ਼ਾਦਾ
ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਕਹਿੰਦੇ ਸੀ ਇਹ ਭਾਰੀ ਗੁਰੂ ਹੋਵੇਗਾ, ਉਹ ਸਮਾਂ ਕਦੋਂ ਆਵੇਗਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਰੁਮਾਲ, ਇੱਕ ਕਟਾਰ ਤੇ ਇੱਕ ਸੰਗਤ ਜੀ ਗੁਰਬਾਣੀ ਦੀ ਪੋਥੀ ਬਖਸ਼ਿਸ਼ ਕੀਤੀ ਤੇ ਆਖਿਆ ਇਹ ਸੰਭਾਲ ਕੇ ਰੱਖਿਓ। ਤੇ ਜਦੋਂ ਇਹ ਭਾਰੀ ਗੁਰੂ ਹੋਣਗੇ, ਗੁਰਤਾ ਗੱਦੀ ਤੇ ਸੁਭਾਏਮਾਨ ਹੋਣਗੇ, ਉਦੋਂ ਇਹਨਾਂ ਨੂੰ ਇਹ ਬਖਸ਼ਿਸ਼ ਕਰ ਦਿਓ ਜੀ। ਔਰ ਇਤਿਹਾਸ ਨੇ ਇਹ ਦਰਸਾਇਆ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਰੁਮਾਲ ਸਾਰੀ ਸ੍ਰਿਸ਼ਟੀ ਨੂੰ ਢੱਕਣ ਵਾਸਤੇ ਚਾਦਰ ਦਾ ਰੂਪ ਧਾਰਨ ਕਰ ਗਿਆ। ਤੇ ਸੰਗਤ ਜੀ ਉਹ ਕਟਾਰ ਜਿਹੜੀ ਸੀ ਉਹ ਤੇਗ ਦਾ ਰੂਪ ਧਾਰਨ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ ਮਾਤਾ ਨਾਨਕੀ ਜੀ ਨੂੰ ਕਿਹਾ ਸੀ ਕਿ ਸਾਡੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਤੁਸੀਂ ਆਪਣੇ ਪਰਿਵਾਰ ਦੇ ਸਹਿਤ ਆਪਣੇ ਪੇਕੇ ਪਿੰਡ ਜਾ ਕੇ ਰਹੋ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤ ਗੁਜਰ ਕੌਰ ਜੀ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਬਕਾਲੇ ਆ ਗਏ। ਸੰਗਤ ਜੀ ਇਤਿਹਾਸ ਨੇ ਦਰਸਾਇਆ ਕਿ ਇੱਥੇ ਸਤਿਗੁਰੂ ਜੀ 26 ਸਾਲ 9 ਮਹੀਨੇ 13 ਦਿਨ ਬਕਾਲੇ ਦੀ ਧਰਤੀ ਤੇ ਰਹੇ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਕੇ ਗੁਰ ਸ਼ਬਦ ਸਿਮਰਨ ਵਿੱਚ ਜੁੜ ਜਾਂਦੇ। ਫਿਰ ਆਪ ਜੀ ਕੋਈ ਸਮਾਂ ਸੈਰ ਕਰਨ ਵਾਸਤੇ ਵੀ ਜਾਇਆ ਕਰਦੇ। ਕੁਝ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਕਿਰਤ ਵਿਰਤ ਵੀ ਕਰਿਆ ਕਰਦੇ। ਸੰਗਤ ਜੀ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰਾਮ ਰਾਏ ਨੇ ਈਰਖਾ ਵਸ ਹੋ ਕੇ ਔਰੰਗਜ਼ੇਬ ਦੇ ਕੰਨ ਭਰ ਕੇ ਦਿੱਲੀ ਬੁਲਵਾਇਆ। ਔਰੰਗਜ਼ੇਬ ਨੂੰ ਕਿਹਾ ਇਹਨਾਂ ਤੋਂ ਕਰਾਮਾਤਾਂ ਵੇਖੋ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੀ ਤਰ੍ਹਾਂ ਪ੍ਰਣ ਕੀਤਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੇਹੋ। ਨਾ ਮਲੇਸ਼ ਨੂੰ ਦਰਸ਼ਨ ਦੇਣਾ ਤੇ ਨਾ ਮਲੇਸ਼ ਦਾ ਦਰਸ਼ਨ ਕਰਨਾ। ਇਹੀ ਕਾਰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰੰਗਜ਼ੇਬ ਦਰਸ਼ਨ ਨਹੀਂ ਕਰ ਸਕਿਆ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਇਆ ਕਿ ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾਏ ਤੇ ਉਹਨੇ ਵਿਚਾਰਿਆ ਵੀ ਚਲੋ ਹੁਣ ਜੋਤੀ ਜੋਤ ਸਮਾ ਗਏ ਨੇ ਤੇ ਮੈਂ ਹੁਣੀ ਜਾ ਕੇ ਦਰਸ਼ਨ ਕਰ ਆਵਾਂ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਅੰਕਿਤ ਹੈ। ਜਦੋਂ ਉਹਨੇ ਆਣ ਕੇ ਸਤਿਗੁਰਾਂ ਦੇ ਸਰੀਰ ਤੋਂ ਚਾਦਰ ਚੁੱਕ ਕੇ ਦਰਸ਼ਨ ਕਰਨ ਦਾ ਯਤਨ ਕੀਤਾ ਤੇ ਉਸ ਵੇਲੇ ਉਹ ਗਜ ਖਾ ਕੇ ਡਿੱਗ ਪਿਆ। ਉਹਨੂੰ ਦਰਸ਼ਨ ਨਹੀਂ ਹੋਏ। ਉਹਦੇ ਅਹਿਲਕਾਰ, ਉਹਦੇ ਪਿਆਦੇ ਜਿਹੜੇ ਸੀ ਉਹਨੂੰ ਚੁੱਕ ਕੇ ਵਾਪਸ ਲੈ ਗਏ ਸੀ। ਸਤਿਗੁਰਾਂ ਨੇ ਜੋਤੀ ਜੋਤ ਸਮਾਉਣ ਲੱਗਿਆ ਇਸ਼ਾਰਾ ਕੀਤਾ ਸੀ
ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਾਣਗੁਰ ਸੰਗਤ ਆਪ ਸੰਭਾਲੇ। ਔਰ ਸਤਿਗੁਰੂ ਪਾਤਸ਼ਾਹ ਜੀ ਨੇ 5 ਪੈਸੇ ਤੇ ਨਾਰੀਅਲ ਜੋ ਗੁਰਤਾ ਗੱਦੀ ਦੇ ਚਿੰਨ੍ਹ ਸਨ, ਉਹ ਭਾਈ ਦਰਗਾਹ ਮੱਲ ਦੇ ਹੱਥ ਬਾਬੇ ਬਕਾਲੇ ਭੇਜੇ ਸੰਗਤ ਜੀ। ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਸਾਨੂੰ ਕੋਈ ਪ੍ਰਗਟ ਨਾ ਕਰੇ, ਪਰ ਹੀਰਾ ਕਿੰਨਾ ਕੁ ਚਿਰ ਲੁਕਿਆ ਰਹਿ ਸਕਦਾ ਸੰਗਤ ਜੀ। ਆਖਰ ਜਦੋਂ ਮੱਖਣ ਚਾਹ ਆਇਆ, ਉਹਨੇ ਬੇਨਤੀ ਕੀਤੀ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ। ਉਹ ਪਹਿਲਾਂ ਕੀਰਤਪੁਰ ਸਾਹਿਬ ਆਇਆ, ਉਤੋਂ ਪਤਾ ਲੱਗਾ ਵੀ ਬਾਬਾ ਬਕਾਲੇ ਹੈ। ਬਾਬੇ ਬਕਾਲੇ ਦੀ ਧਰਤੀ ਆਇਆ, ਇੱਥੇ 22 ਗੁਰੂ ਬੜੇ ਬੈਠੇ ਸਨ। ਉਹਨੇ ਸਾਰਿਆਂ ਦੀ ਪਰਖ ਕੀਤੀ, ਪਰ ਮੱਖਣ ਚਾਹ ਦੀ ਪਰਖ ਵਿੱਚ ਕੋਈ ਪੂਰਾ ਨਾ ਉਤਰਿਆ। ਆਖਰ ਉਹਨੇ ਪੁੱਛਿਆ ਵੀ ਹੋਰ ਵੀ ਕੋਈ ਇੱਥੇ ਹੈ ਸੋਢੀ? ਕਿਸੇ ਨੇ ਦਰਸਾਇਆ। ਉਹ ਕਹਿਣ ਲੱਗਾ, ਹਾਂ, ਆਹ ਜਿਹੜੇ 22 ਬੈਠੇ ਆ ਨਾ, ਇਹ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਦਾ ਬਚਨ ਕੀਤਾ ਨਾ ਬਾਬਾ ਬਕਾਲੇ, ਇਹ ਤੇ ਉਦੋਂ ਦੇ ਮੰਜੀਆਂ ਢਾਹ ਕੇ ਬੈਠੇ ਨੇ ਆਣ ਕੇ, ਪਹਿਲਾਂ ਨਹੀਂ ਸੀ। ਪਰ ਪਹਿਲਾਂ ਦਾ ਇੱਥੇ ਇੱਕੋ ਹੀ ਰਹਿੰਦਾ ਸੋਢੀ, ਤੇਗ ਬਹਾਦਰ ਉਹਦਾ ਨਾਮ ਹੈ। ਮੱਕੜ ਸ਼ਾਹ ਮਾਤਾ ਜੀ ਦੇ ਕੋਲ ਆਇਆ, ਮਾਤਾ ਜੀ ਨੂੰ ਨਾਲ ਲਿਆ, ਸਤਿਗੁਰਾਂ ਦੇ ਦਰਸ਼ਨ ਕੀਤੇ। ਤੇ ਭਾਵੇਂ ਹਜ਼ੂਰ ਨੇ ਬਚਨ ਕੀਤਾ ਵੀ ਸਾਨੂੰ ਪ੍ਰਗਟ ਨਾ ਕਰਿਓ, ਪਰ ਮੱਖਣ ਚਾਹ ਤੋਂ ਰਿਹਾ ਨਾ ਗਿਆ। ਉਹਨਾਂ ਨੇ ਕੋਠੇ ਚੜ੍ਹ ਕੇ ਪੱਲੂ ਫੇਰਿਆ, ਲਾਧੋ ਰੇ ਗੁਰ ਲਾਧੋ ਰੇ। ਸੰਗਤ ਜੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਗਏ, ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਆਉਣ ਲੱਗ ਪਈਆਂ। ਤੇ ਉਹ ਜਿਹੜੇ 22 ਬੈਠੇ ਸੀ, ਉਹਨਾਂ ਨੂੰ ਕੋਈ ਪੁੱਛੇ ਨਾ। ਧੀਰਮਲ ਨੇ ਫਿਰ ਈਰਖਾ ਵਸ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸੈਰ ਕਰਨ ਗਏ ਤੇ ਸ਼ੀਹੇ ਉੱਪਲ ਦੀ ਰਾਹੀਂ, ਮਸੰਦ ਦੀ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾ ਦਿੱਤੀ। ਸਤਿਗੁਰਾਂ ਦੇ ਮੱਥੇ ਨੂੰ ਛੋਹ ਕੇ ਗੋਲੀ ਅੱਗੇ ਲੰਘ ਗਈ। ਜਦੋਂ ਮਾਤ ਨਾਨਕੀ ਜੀ ਨੂੰ ਪਤਾ ਲੱਗਾ, ਆਪ ਜੀ ਨੇ ਮੱਥਾ ਪੂੰਝਿਆ। ਉਸ ਵੇਲੇ ਇਤਿਹਾਸ ਕਹਿੰਦਾ ਮਾਤਾ ਜੀ ਨੇ ਧੀਰਮਲ ਨੂੰ ਕੋਈ ਬੁਰੇ ਭਲੇ ਬਚਨ ਵੀ ਕਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਇਹਦੇ ਵਿੱਚ ਧੀਰਮਲ ਦਾ ਕੋਈ ਦੋਸ਼ ਨਹੀਂ। ਜੇ ਆਪਾਂ ਪ੍ਰਗਟ ਨਾ ਹੁੰਦੇ ਤੇ ਧੀਰਮਲ ਆਪਣੇ ਤੇ ਗੋਲੀ ਕਾਹਨੂੰ ਚਲਾਉਂਦਾ? ਇਹ ਤਾਂ ਆਪਣੇ ਪ੍ਰਗਟ ਹੋਣ ਕਰਕੇ ਹੀ ਉਹਨੇ ਗੋਲੀ ਚਲਾਈ ਹੈ ਨਾ। ਆਖਰ ਅੰਮ੍ਰਿਤਸਰ ਸਾਹਿਬ ਆਏ, ਇੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ। ਇਤੋਂ ਵਾਪਸ ਸੱਚੇ ਪਾਤਸ਼ਾਹ ਜੀ ਸੰਗਤ ਜੀ ਵੱਲੇ ਚਲੇ ਗਏ। ਮਾਤਾ ਰੋਜੀ ਦੇ ਘਰ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਟਿਕੇ। ਇਤੋਂ ਵਾਪਸ ਬਾਬੇ ਬਕਾਲੇ ਪਹੁੰਚ ਗਏ। ਤੇ ਬਾਬੇ ਬਕਾਲੇ ਤੋਂ ਜਦੋਂ ਮੱਖਣ ਚਾਹ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਦਿਓ, ਹੁਣ ਮੈਂ ਆਪਣੇ ਦੇਸ਼ ਨੂੰ ਜਾਣਾ ਚਾਹੁੰਦਾ ਹਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮੱਖਣ ਚਾਹ ਅਸੀਂ ਵੀ ਹੁਣ ਇੱਥੇ ਬਕਾਲੇ ਦੀ ਧਰਤੀ ਤੇ ਨਹੀਂ ਰਹਿਣਾ, ਇੱਥੇ ਲੋਕ ਸਾਡੇ ਨਾਲ ਈਰਖਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਜੀ ਦੇ ਕੋਲ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ
ਸੰਗਤ ਜੀ ਉੱਥੇ ਨਗਰ ਵਸਾਇਆ ਜਿਹਦਾ ਪਹਿਲਾ ਨਾਮ ਰੱਖਿਆ ਸੀ ਨਾਨਕੀ ਚੱਕ। ਮਾਤਾ ਨਾਨਕੀ ਜੀ ਦੇ ਨਾਮ ਤੇ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਆ ਕੇ ਆਨੰਦ ਸਾਹਿਬ ਜੀ ਦੀ ਬਾਣੀ ਸਰਵਣ ਕਰਾਈ ਤੇ ਸਤਿਗੁਰਾਂ ਨੇ ਫਿਰ ਉਸ ਨਗਰ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ ਸੀ। ਪਰ ਈਰਖਾਲੂ ਲੋਕ ਪਿੱਛਾ ਕਰਦੇ ਕਰਦੇ ਆਨੰਦਪੁਰ ਸਾਹਿਬ ਵੀ ਪਹੁੰਚ ਗਏ। ਉੱਥੇ ਵੀ ਈਰਖਾ ਕਰਦੇ ਰਹੇ। ਆਖਰ ਸਤਿਗੁਰੂ ਜੀ ਨੇ ਤੀਰਥ ਯਾਤਰਾ ਦਾ ਪ੍ਰੋਗਰਾਮ ਬਣਾਇਆ ਕਿ ਇੱਕ ਤਾਂ ਇਹਨਾਂ ਈਰਖਾਲੂਆਂ ਤੋਂ ਦੂਰ ਹੋ ਜਾਵਾਂਗੇ, ਇੱਕ ਚਲੋ ਤੀਰਥਾਂ ਦੇ ਉੱਤੇ ਲੋਕ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਸਤਾਰਾ ਕਰਾਂਗੇ। ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਪੂਰਬ ਦੀ ਯਾਤਰਾ ਆਰੰਭ ਕੀਤੀ ਤੇ ਸੰਗਤ ਜੀ ਆਪ ਜਦੋਂ ਤਰਬੇਣੀ ਤੇ ਗਏ ਇਲਾਹਾਬਾਦ, ਉੱਥੇ ਕੁਝ ਸਮਾਂ ਸਤਿਗੁਰੂ ਜੀ ਨੇ ਪੁੰਨ ਦਾਨ ਕਰਦਿਆਂ ਬਤੀਤ ਕੀਤਾ। ਫਿਰ ਆਪ ਜੀ ਪਟਨਾ ਚਲੇ ਗਏ। ਪਟਨੇ ਪਰਿਵਾਰ ਨੂੰ ਛੱਡ ਕੇ ਸਤਿਗੁਰੂ ਪਾਤਸ਼ਾਹ ਜੀ ਆਪ ਅਸ਼ਾਮ ਚਲੇ ਗਏ। ਉੱਥੇ ਦੋ ਰਾਜਿਆਂ ਦੀ ਸੰਧੀ ਕਰਵਾਈ। ਇਧਰ ਪੋਹ ਸੁਦੀ 7ਵੀਂ ਸੰਮਤ 1723 ਬਿਕਰਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਜੀ ਅਸ਼ਾਮ ਦੀ ਧਰਤੀ ਤੇ ਗੁਰੂ ਕੇ ਸਿੱਖਾਂ ਨੇ ਜਾ ਕੇ ਦੱਸਿਆ। ਬੜੀਆਂ ਖੁਸ਼ੀਆਂ ਹੋਈਆਂ, ਰਾਜਿਆਂ ਨੇ ਵੀ ਖੁਸ਼ੀਆਂ ਮਨਾਈਆਂ ਔਰ ਸਤਿਗੁਰਾਂ ਨੇ ਨਾਮ ਰੱਖਿਆ ਗੋਬਿੰਦ ਦਾਸ। ਜੋ ਹੁਕਮਨਾਮੇ ਵੀ ਪਟਨਾ ਸਾਹਿਬ ਤਖਤ ਸਾਹਿਬ ਤੇ ਸੁਭਾਏਮਾਨ ਨੇ, ਉਹਨਾਂ ਵਿੱਚ ਵੀ ਨਾਮ ਗੋਬਿੰਦ ਦਾਸ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਜਦੋਂ ਰਾਜਿਆਂ ਦੀ ਸੰਧੀ ਕਰਾ ਕੇ ਵਾਪਸ ਪਰਤੇ ਤੇ ਸੰਗਤ ਜੀ ਇਧਰ ਔਰੰਗਜ਼ੇਬ ਜਿਹੜਾ ਪਹਿਲਾਂ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦਾ ਸੀ, ਉਹ ਗੀਤਾ ਦਾ ਖਾਸ ਕਰਕੇ ਪਾਠ ਤੇ ਅਰਥ ਸਰਵਣ ਕਰਿਆ ਕਰਦਾ ਸੀ। ਤੇ ਪੰਡਤ ਬੜਾ ਚਲਾਕ ਸੀ ਜਿਹੜਾ ਉਹਨੂੰ ਗੀਤਾ ਦਾ ਪਾਠ ਤੇ ਗੀਤਾ ਦੇ ਅਰਥ ਸੁਣਾਉਂਦਾ ਸੀ। ਉਹ ਸਵੇ ਧਰਮ ਦੇ ਜਿਹੜੇ ਸ਼ਲੋਕ ਸੀ ਨਾ, ਉਹ ਛੱਡ ਜਾਂਦਾ ਸੀ। ਉਹ ਸਵੇ ਧਰਮ ਦੇ ਸ਼ਲੋਕ ਨਹੀਂ ਸੀ ਸੁਣਾਉਂਦਾ। ਇੱਕ ਦਿਨ ਉਹ ਬਿਮਾਰ ਪੈ ਗਿਆ। ਉਹਨੇ ਆਪਦੇ ਮੁੰਡੇ ਨੂੰ ਭੇਜ ਦਿੱਤਾ ਵੀ ਜਾ ਬੇਟਾ ਤੂੰ ਸੁਣਾ ਕੇ ਆ। ਕਾਲੀ ਕਾਲੀ ਵਿੱਚ ਦੱਸਣਾ ਭੁੱਲ ਗਿਆ। ਉਹਦੇ ਬੇਟੇ ਨੇ ਜਾ ਕੇ ਜਦੋਂ ਉਹ ਸਵੇ ਧਰਮ ਦੇ ਸ਼ਲੋਕ ਪੜ੍ਹੇ ਤੇ ਉਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਬੇਟਾ ਤੇਰਾ ਬਾਪੂ ਇੰਨਾ ਚਿਰ ਹੋ ਗਿਆ ਗੀਤਾ ਦਾ ਪਾਠ ਸੁਣਾਉਂਦਿਆਂ ਤੇ ਅਰਥ ਕਰਦਿਆਂ, ਪਰ ਉਹਨੇ ਕਦੇ ਨਹੀਂ ਸੀ ਇਹ ਸੁਣਾਏ ਜਿਹੜੇ ਤੂੰ ਅੱਜ ਸੁਣਾਏ ਨੇ। ਪਰ ਅੱਜ ਤਾਂ ਮੈਨੂੰ ਕ੍ਰਿਸ਼ਨ ਜੀ ਨੇ ਵੀ ਕਹਿ ਦਿੱਤਾ ਹੈ ਕਿ ਆਪਣੇ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ। ਬੇਟਾ ਹੁਣ ਤੂੰ ਕੱਲ ਤੋਂ ਨਾ ਆਵੀਂ, ਤੇਰੇ ਆਉਣ ਦੀ ਲੋੜ ਨਹੀਂ। ਉਤੋਂ ਔਰੰਗਜ਼ੇਬ ਜਿਹੜਾ ਸੀ ਸੰਗਤ ਜੀ, ਉਹ ਫਿਰ ਹਿੰਦੂ ਧਰਮ ਨੂੰ ਇਸਲਾਮ ਵਿੱਚ ਮਿਲਾਉਣ ਵਾਸਤੇ ਉਹਨੇ ਹੁਕਮਨਾਮੇ ਜਾਰੀ ਕੀਤੇ। ਸਭ ਤੋਂ ਪਹਿਲਾਂ ਉਹਦਾ ਹੁਕਮ ਜਿਹੜਾ ਸੀ ਉਹ ਕਸ਼ਮੀਰ ਦੀ ਧਰਤੀ ਤੇ ਪੁੱਜਿਆ ਹੈ। ਕਸ਼ਮੀਰ ਦੀ ਧਰਤੀ ਵਿਦਵਾਨਾਂ ਦੀ ਯੂਨੀਵਰਸਿਟੀ ਸੀ। ਇੱਥੇ ਬਹੁਤ ਸਾਰੇ ਵਿਦਵਾਨ ਪੰਡਤ ਸਨ ਤੇ ਆਖਰਕਾਰ ਉਹਨਾਂ ਪੰਡਤਾਂ ਨੇ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਉਣਾ ਕੀਤਾ। ਆ ਕੇ ਬੇਨਤੀ ਕੀਤੀ, ਮਹਾਰਾਜ ਜਿੰਨਾ ਚਿਰ ਗੁਰੂ ਨਾਨਕ ਦਾ ਧਰਮ ਹੈ ਉਹਨਾਂ ਚਿਰ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਹੋ ਸਕਦਾ।
ਤੇ ਆਪ ਕਿਰਪਾ ਕਰੋ ਤੇ ਸਾਡੇ ਧਰਮ ਨੂੰ ਹੁਣ ਬਚਾਓ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਲਕ ਤੇ ਜੰਝੂ ਦੀ ਰਾਖੀ ਵਾਸਤੇ ਦਿੱਲੀ ਚਾਂਦਨੀ ਚੌਕ ਵਿਖੇ ਸੰਗਤ ਜੀ ਆਪਣੇ ਅਸੀਸ ਦਾ ਸੁਦਰਸ਼ਨ ਚੱਕਰ ਚਲਾ ਕੇ ਔਰੰਗਜ਼ੇਬ ਤੰਦੂਏ ਦੀਆਂ ਸ਼ਰ੍ਹਾ ਰੂਪੀ ਤਾਰਾਂ ਨੂੰ ਕੱਟ ਕੇ ਹਿੰਦੂ ਧਰਮ ਰੂਪੀ ਹਾਥੀ ਨੂੰ ਇਹ ਸੰਸਾਰ ਰੂਪੀ ਨਦੀ ਵਿੱਚ ਡੁੱਬਣ ਤੋਂ ਬਚਾਉਣਾ ਕੀਤਾ। ਅੱਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਪਿਛਲੇ ਸਾਲ ਆਪਾਂ ਸ਼ਤਾਬਦੀ ਮਨਾਈ ਸੀ 2021 ਵਿੱਚ, ਤੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਹੋਇਆ ਸੀ ਕਿ ਸਾਰਾ ਸਾਲ ਹੀ ਗੁਰਮਤਿ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਕਰਾਏ ਜਾਣ। ਤੇ ਸੰਗਤ ਜੀ ਅੱਜ ਉਹਨਾਂ ਸਮਾਗਮਾਂ ਦੀ ਸੰਪੰਨਤਾ ਹੈ। ਅੱਜ ਅੰਮ੍ਰਿਤ ਵੇਲੇ ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਉੱਥੇ ਵੀ ਗੁਰੂ ਸ਼ਬਦ ਦੀ ਵਿਚਾਰ ਹੋ ਰਹੀ ਹੈ। 10 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਦੀਵਾਨ ਸੱਜਣੇ ਨੇ, ਜਿਸ ਵਿੱਚ ਰਾਗੀ, ਢਾਡੀ, ਪ੍ਰਚਾਰਕ, ਸਿੰਘ ਸਾਹਿਬਾਨ ਸਾਰਿਆਂ ਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਵਿਚਾਰ ਰੱਖਣੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੇ ਹੀ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਔਰ ਦੂਜਾ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ। ਸੰਗਤ ਜੀ, ਭਗਤ ਧੰਨਾ ਜੀ ਦਾ ਜਨਮ ਸੋ ਦੋ ਤਰ੍ਹਾਂ ਦੇ ਸਰੋਤ ਮਿਲਦੇ ਨੇ। ਇੱਕ ਤਾਂ ਰਾਜਪੂਤਾਨੇ ਦੇ ਸਰੋਤ ਨੇ। ਰਾਜਪੂਤਾਨੇ ਦੇ ਸਰੋਤਾਂ ਵਿੱਚ ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਰਾਜੇਸ਼ ਕੁਮਾਰ ਤੇ ਮਾਤਾ ਦਾ ਨਾਮ ਗੰਗਾ ਬਾਈ ਲਿਖਿਆ ਹੈ। ਔਰ ਦੂਜੇ ਨੇ ਜੀ ਸਿੱਖ ਧਰਮ ਦੇ ਸਰੋਤ। ਇਹਨਾਂ ਵਿੱਚ ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਭੋਲਾ ਲਿਖਿਆ ਹੈ ਤੇ ਮਾਤਾ ਦਾ ਨਾਮ ਧਨੋ ਲਿਖਿਆ ਹੈ। ਸਨ 1415 ਈਸਵੀ ਨੂੰ ਭਗਤ ਧੰਨਾ ਜੀ ਦਾ ਜਨਮ ਧੂਆਂ ਕਲਾਂ ਜ਼ਿਲ੍ਹਾ ਟਾਂਕ ਰਾਜਸਥਾਨ ਵਿੱਚ ਹੋਇਆ। ਜਦੋਂ ਆਪ ਜੀ ਥੋੜੇ ਜਿਹੇ ਵੱਡੇ ਹੋਏ ਤਾਂ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ ਪਸ਼ੂ ਚਾਰਨ ਵਾਸਤੇ ਭੇਜਿਆ। ਔਰ ਜਿੱਥੇ ਭਗਤ ਧੰਨਾ ਜੀ ਦੀ ਜ਼ਮੀਨ ਸੀ ਉਹਦੇ ਨਾਲ ਹੀ ਸੰਗਤ ਜੀ ਇੱਕ ਮੰਦਿਰ ਬਣਿਆ ਹੋਇਆ ਵਾ। ਜਿਨ੍ਹਾਂ ਗੁਰਮੁਖਾਂ ਨੇ ਦਰਸ਼ਨ ਕੀਤੇ ਹੋਣਗੇ, ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਮਹਾਂਪੁਰਖਾਂ ਨੇ ਉੱਥੇ ਬਹੁਤ ਸੁੰਦਰ ਗੁਰਦੁਆਰਾ ਭਗਤ ਧੰਨਾ ਜੀ ਦੀ ਯਾਦ ਵਿੱਚ ਬਣਾਇਆ ਹੈ। ਭਗਤ ਧੰਨਾ ਜੀ ਦਾ ਖੂਹ ਵੀ ਹੈ ਤੇ ਦੂਜੇ ਪਾਸੇ ਨਾਲ ਇੱਕ ਮੰਦਿਰ ਵੀ ਹੈ ਜਿੱਥੇ ਪੰਡਤ ਪੂਜਾ ਕਰਿਆ ਕਰਦਾ ਸੀ। ਸਿੱਖ ਧਰਮ ਦੇ ਵੇਦ ਵਿਆਸ ਮਹਾਨ ਵਿਦਵਾਨ ਭਾਈ ਗੁਰਦਾਸ ਜੀ, ਉਹਨਾਂ ਨੇ ਆਪਣੀਆਂ ਵਾਰਾਂ ਦੇ ਅੰਦਰ ਇੱਕ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ। ਸੰਗਤ ਜੀ, ਭਾਈ ਗੁਰਦਾਸ ਜੀ ਨੂੰ ਵੀ ਝੁਟਲਾਇਆ ਨਹੀਂ ਜਾ ਸਕਦਾ, ਕਿਉਂਕਿ ਭਗਤ ਧੰਨਾ ਜੀ ਜਦੋਂ ਗਊਆਂ ਚਾਰਨ ਆਉਂਦੇ ਤੇ ਉਹਨਾਂ ਨੇ ਪੰਡਤ ਨੂੰ ਵੇਖਿਆ ਤੇ ਉਹਨਾਂ ਨੇ ਪੁੱਛਿਆ,
ਪੁੱਛਿਆ ਜੀ ਠਾਕਰ ਦੀ ਪੂਜਾ ਕਰਕੇ ਕੀ ਮਿਲਦਾ ਹੈ? ਕਹਿਣ ਲੱਗੇ ਜੋ ਵੀ ਮਨ ਇੱਛਤ ਹੋਵੇ ਨਾ, ਜੋ ਵੀ ਮੰਗੀਏ ਉਹ ਮਿਲ ਜਾਂਦਾ ਹੈ। ਭਗਤ ਧੰਨੇ ਨੇ ਕਿਹਾ ਵੀ ਇੱਕ ਮੈਨੂੰ ਵੀ ਠਾਕਰ ਦੇ ਦਿਓ। ਤੇ ਸੰਗਤ ਜੀ ਪੰਡਤ ਨੇ ਇੱਕ ਪੱਥਰ ਇੱਕ ਕੱਪੜੇ ਵਿੱਚ ਵਲੇਟ ਕੇ ਤੇ ਉਹ ਭਗਤ ਧੰਨੇ ਨੂੰ ਦੇ ਦਿੱਤਾ। ਤੇ ਧੰਨਾ ਜੀ ਘਰ ਆਏ, ਠਾਕਰ ਦੀ ਸੇਵਾ ਕੀਤੀ ਤੇ ਆਵਾਜ਼ ਆਈ, ਧੰਨਿਆ ਪੱਥਰ ਜਿਹੜਾ ਹੈ ਨਾ, ਉਹ ਆਪ ਡੁੱਬੇ ਤੁਮ ਕਹਾਂ ਤਰਨਹਾਰ। ਉਹ ਪੱਥਰ ਤਾਂ ਆਪ ਡੁੱਬ ਜਾਣ ਵਾਲਾ ਤੇ ਤੈਨੂੰ ਕਿਵੇਂ ਤਾਰੇਗਾ? ਪੱਥਰ ਤਾਂ ਜੜ ਹੈ, ਇਹ ਕੋਈ ਖਾਂਦਾ ਪੀਂਦਾ ਨਹੀਂ। ਤੇ ਤੂੰ ਉਸ ਵਾਹਿਗੁਰੂ ਨਾਲ ਜੁੜ, ਪ੍ਰਭੂ ਨਾਲ ਜੁੜ, ਜਿਹਦੇ ਨਾਲ ਜੁੜਿਆ ਪਾਰ ਉਤਾਰਾ ਹੋਣਾ। ਉਸ ਤੋਂ ਬਾਅਦ ਧੰਨਾ ਜੀ ਨੇ ਭਗਤ ਰਾਮਾਨੰਦ ਜੀ ਦੇ ਕੋਲ ਜਾ ਕੇ ਭਗਤ ਰਾਮਾਨੰਦ ਜੀ ਤੋਂ ਦੀਖਿਆ ਲਈ, ਗੁਰਮੰਤਰ ਲੈ ਕੇ ਉਹਦੀ ਕਮਾਈ ਕੀਤੀ ਸੰਗਤ ਜੀ। ਤੇ ਭਗਤੀ ਮਾਰਗ ਵਿੱਚ ਆਏ ਤੇ ਭਗਤੀ ਮਾਰਗ ਵਿੱਚ ਆ ਕਰਕੇ ਉਹਨਾਂ ਨੇ ਭਗਤੀ ਕਰਕੇ ਤੇ ਫਿਰ ਵਾਹਿਗੁਰੂ ਨੂੰ ਪ੍ਰਸੰਨ ਕੀਤਾ। ਫਿਰ ਵਾਹਿਗੁਰੂ ਨੇ ਉਹਨਾਂ ਦੇ ਸਾਰੇ ਕਾਰਜ ਵੀ ਸਵਾਰੇ ਨੇ। 3 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਧੰਨਾ ਜੀ ਦੇ ਅੰਕਿਤ ਨੇ, 2 ਆਸਾ ਰਾਗ ਵਿੱਚ ਨੇ ਤੇ 1 ਧਨਾਸਰੀ ਵਿੱਚ ਹੈ, ਗੋਪਾਲ ਤੇਰਾ ਆਰਤਾ। ਸੰਗਤ ਜੀ ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਵੀ ਆਪ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੰਗਤ ਜੀ ਰਾਗ ਵਡਹੰਸ ਦੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਇਸ ਵਾਰ ਵਿੱਚ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ, ਸ਼ਲੋਕ ਅਤੇ ਮਹੱਲੇ ਜਿਹੜੇ ਨੇ ਇਹ ਰਲਵੇਂ ਮਿਲਵੇਂ ਆਉਂਦੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਹਿਲੇ ਸ਼ਲੋਕ ਅੰਦਰ ਦਰਸਾ ਰਹੇ ਨੇ, ਗੁਰਮੁਖ ਸੇਵਨਾ ਕੀਨੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਜੀਵ ਨੇ ਗੁਰਮੁਖ ਬਣ ਕੇ ਗੁਰੂ ਦੀ ਸੇਵਾ ਨਹੀਂ ਕੀਤੀ, ਹਰ ਨਾਮ ਨਾ ਲੱਗੂ ਪਿਆਰ, ਅਤੇ ਨਾ ਹੀ ਹਰੀ ਪਰਮੇਸ਼ਰ ਦੇ ਨਾਮ ਨਾਲ ਇਹਦਾ ਪਿਆਰ ਹੀ ਲੱਗਾ। ਸਬਦਾ ਸਾਧ ਨਾ ਆਇਓ, ਇਹਨੂੰ ਗੁਰੂ ਕੇ ਸ਼ਬਦ ਦਾ ਸਵਾਦ ਰਸ ਵੀ ਨਹੀਂ ਆਇਆ। ਉਹਨਾਂ ਚਿਰ ਰਸ ਨਹੀਂ ਆਵੇਗਾ ਜਿੰਨਾ ਚਿਰ ਸਾਡੀ ਰਸਨਾ ਅਨ ਰਸਾਂ ਦੇ ਵਿੱਚ ਲੱਗੀ ਹੋਈ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਕਿਤਾ ਹੈ, ਜਿਚਰ ਹਰ ਰਸ ਪੱਲਾ ਨਾ ਪਾਏ। ਜਿੰਨਾ ਚਿਰ ਹਰੀ ਦੇ ਨਾਮ ਦਾ ਰਸ ਇਸ ਜ਼ਬਾਨ ਨੂੰ ਪ੍ਰਾਪਤ ਨਹੀਂ ਹੁੰਦਾ, ਸੰਗਤ ਜੀ ਉਹਨਾਂ ਚਿਰ ਇਹਦੀ ਪਿਆਸ ਨਹੀਂ ਮਿਟੇਗੀ, ਉਹਨਾਂ ਚਿਰ ਇਹਦੀ ਤ੍ਰਿਸ਼ਨਾ ਨਹੀਂ ਮਿਟੇਗੀ। ਉਹਨਾਂ ਚਿਰ ਇਹ ਜ਼ਬਾਨ ਕਦੀ ਕਿਸੇ ਪਦਾਰਥ ਨੂੰ ਮੂੰਹ ਮਾਰੇਗੀ, ਕਦੀ ਕਿਸੇ ਪਦਾਰਥ ਨੂੰ ਮੂੰਹ ਮਾਰੇਗੀ, ਇਹਨੂੰ ਰੱਜ ਨਹੀਂ ਆਵੇਗਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਭ ਦਾ ਸਾਧ ਨਾ ਆਇਓ। ਭਾਈ ਇਹਨੂੰ ਗੁਰੂ ਕੇ ਸ਼ਬਦ ਦਾ ਸਵਾਦ ਰਸ ਵੀ ਨਹੀਂ ਆਇਆ। ਮਰ ਜਨਮੈ ਵਾਰੂ ਵਾਰ, ਫਿਰ ਕੀ ਹੋਇਆ? ਹਜੂਰ ਕਹਿੰਦੇ ਨੇ
ਇਹ ਵਾਰ-ਵਾਰ ਜੰਮਦਾ ਤੇ ਮਰਦਾ ਹੈ। ਮਨਮੁਖ ਅੰਧ ਨਾ ਚੇਤੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਨਾ ਮਨਮੁਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਕਿਤੇ ਆਇਆ ਸਹਿ ਸਾਰ। ਗੁਰੂ ਨੂੰ ਚੇਤੇ ਨਹੀਂ ਕਰਨਾ ਤੇ ਫਿਰ ਇਹਦੇ ਆਉਣ ਦਾ ਕੀ ਫਾਇਦਾ ਹੈ। ਆਇਆ ਤੇ ਸੀ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ। ਹਜੂਰ ਕਹਿੰਦੇ ਨੇ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਜੇ ਤੈਨੂੰ ਚੇਤਾ ਹੈ ਨਾ, ਜਿਹੜੇ ਤੂੰ ਵਾਹਿਗੁਰੂ ਨਾਲ ਇਕਰਾਰ ਕਰਕੇ ਆਇਆ ਹੈ, ਮਹਾਰਾਜ ਮੈਨੂੰ ਕੁੰਭੀ ਨਰਕ ਵਿੱਚੋਂ ਕੱਢੋ, ਮੈਂ ਸਿਮਰਨ ਕਰਾਂਗਾ, ਮੈਂ ਇਸ਼ਨਾਨ ਕਰਾਂਗਾ, ਦਾਨ ਕਰਾਂਗਾ। ਤੇ ਮਹਾਰਾਜ ਜੀ ਕਹਿੰਦੇ ਜੇ ਤੈਨੂੰ ਚੇਤਾ ਹੈ ਨਾ ਤੇ ਫਿਰ ਵਾਹਿਗੁਰੂ ਨੂੰ ਚੇਤੇ ਕਰ। ਤੇਰਾ ਦੁਨੀਆ ਵਿੱਚ ਆਉਣ ਦਾ ਮਕਸਦ ਇਹੀ ਹੈ, ਤੂੰ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਆਇਆ। ਤੈਨੂੰ ਇਹ ਵਾਰੀ ਪ੍ਰਾਪਤ ਹੋਈ ਹੈ ਪਰਮੇਸ਼ਰ ਨੂੰ ਚੇਤੇ ਕਰਨ ਦੀ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜੂਰ ਕਹਿੰਦੇ ਜੇ ਇਹ ਜੀਵ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਤੇ ਫਿਰ ਇਹਦੇ ਆਉਣ ਦਾ ਫਾਇਦਾ ਕੀ ਹੈ। ਆਇਓ ਸੁਣਨ ਪੜਨ ਕਉ ਬਿਰਤਾ ਜਨਮ ਪ੍ਰਾਣੀ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਜੀਵਨ ਦਾ ਮਨੋਰਥ ਮਕਸਦ ਇਹੀ ਹੈ, ਅਸੀਂ ਬਾਣੀ ਪੜਨ ਵਾਸਤੇ, ਬਾਣੀ ਸਰਵਣ ਕਰਨ ਵਾਸਤੇ ਆਏ ਹਾਂ। ਤੇ ਜੇ ਆਪਾਂ ਬਾਣੀ ਪੜ੍ਹਦੇ ਨਹੀਂ, ਸੁਣਦੇ ਨਹੀਂ, ਸਿਮਰਨ ਭਜਨ ਨਹੀਂ ਕਰਦੇ ਤੇ ਹਜੂਰਾ ਕਹਿੰਦੇ ਨੇ ਕਿਤ ਆਇਆ ਸੰਸਾਰ। ਸੰਸਾਰ ਵਿੱਚ ਫਿਰ ਕਾਹਦੇ ਵਾਸਤੇ ਆਇਆ ਹੈ। ਨਾਨਕ ਜਿਨ ਕੋ ਨਦਰ ਕਰੇ। ਹਜੂਰ ਕਥਨ ਕਰਦੇ ਨੇ ਵਾਹਿਗੁਰੂ ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ, ਸੇ ਗੁਰਮੁਖ ਲੰਘੇ ਪਾਰ। ਸੰਗਤ ਜੀ, ਉਹ ਗੁਰਮੁਖ ਗੁਰੂ ਨਾਲ ਜੁੜ ਕਰਕੇ, ਗੁਰੂ ਦੇ ਉਪਦੇਸ਼ ਦੇ ਧਾਰਨੀ ਹੋ ਕੇ, ਗੁਰੂ ਉਪਦੇਸ਼ ਦੀ ਕਮਾਈ ਕਰਕੇ ਅੰਦਰ ਤੋਂ ਪਾਰ ਲੰਘੇ। ਮਹੱਲਾ ਤੀਜਾ। ਹਾਂਜੀ, ਇੱਕੋ ਸਤਿਗੁਰ ਜਾਗਤਾ। ਦੂਜੇ ਸ਼ਲੋਕ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇੱਕੋ ਸਤਿਗੁਰ ਜਾਗਤਾ। ਸੰਗਤ ਜੀ, ਇਸ ਸੰਸਾਰ ਦੇ ਅੰਦਰ ਕੇਵਲ ਇੱਕ ਸਤਿਗੁਰੂ ਹੀ ਜਾਗਤ ਸਰੂਪ ਹੈ। ਗਿਆਨ ਅਵਸਥਾ ਕਰਕੇ ਸਤਿਗੁਰੂ ਸਦਾ ਹੀ ਜਾਗਦਾ ਹੈ। ਜਿਵੇਂ ਕਈ ਵਾਰ ਆਪਾਂ ਸਾਖੀ ਵੀ ਸਰਵਣ ਕੀਤੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਰਾਜੇ ਹੋਏ ਸਨ, ਲਾਗੇ ਕਿਸੇ ਰਾਸ ਪੈ ਰਹੀ ਸੀ। ਕੋਈ ਸਿੱਖਾਂ ਨੇ ਵਿਚਾਰਿਆ ਵੀ ਆਪਾਂ ਰਾਸ ਵੇਖ ਕੇ ਆਈਏ। ਸੰਗਤ ਜੀ, ਉਹ ਕੋਈ 2-4 ਸਿੰਘ ਜਿਹੜੇ ਸੀ ਚਲੇ ਗਏ। ਕੁਝ ਕਹਿਣ ਲੱਗੇ ਨਹੀਂ ਵੀ ਆਪਾਂ ਤਾਂ ਗੁਰੂ ਸਾਹਿਬ ਜੀ ਦੇ ਕੋਲ ਹੀ ਰਵਾਂਗੇ। ਉਹ ਗੁਰੂ ਸਾਹਿਬ ਜੀ ਦੇ ਕੋਲ ਖਲੋਤੇ ਰਹੇ। ਤੇ ਜਿਹੜੇ ਰਾਸ ਵੇਖਣ ਗਏ ਸੀ, ਜਦੋਂ ਸਤਿਗੁਰੂ ਜੀ ਨੀਂਦਰ ਤੋਂ ਉਤਾਣ ਹੋਏ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਫਲਾਣੇ ਸਿੰਘ ਜਿਹੜੇ ਨਾ ਉਹ ਰਾਸ ਵੇਖਣ ਗਏ ਸੀ। ਮਹਾਰਾਜ ਸਾਹਿਬ ਜੀ ਨੇ ਸੱਦ ਲਿਆ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੁਸੀਂ ਰਾਸ ਵੇਖਣ ਗਏ ਸੀ। ਉਹ ਵਿਚਾਰੇ ਕੰਬੀ ਜਾਣ ਵੀ ਗਏ ਤਾਂ ਸੀ, ਹੁਣ ਕੀ ਬਣੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਕਿੱਥੇ ਸੀ ਭਾਈ। ਕਹਿਣ ਲੱਗੇ ਜੀ ਅਸੀਂ ਤਾਂ ਤੁਹਾਡੇ ਕੋਲ ਤੁਹਾਡੀ ਸੇਵਾ ਵਿੱਚ ਹਾਜ਼ਰ ਸਾਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੇ ਸੇਵਾ ਤੇ ਸੀ ਉਹ ਗੈਰ ਹਾਜ਼ਰ ਸੀ, ਤੇ ਜਿਹੜੇ ਗੈਰ ਹਾਜ਼ਰ ਸੀ ਉਹ ਹਾਜ਼ਰ ਸਨ। ਜਿਹੜੇ ਰਾਸ ਵੇਖਣ ਗਏ ਸੀ ਨਾ, ਉਹਨਾਂ ਦੇ ਮਨ ਵਿੱਚ ਭੈ ਸੀ ਵੀ ਜੇ ਮਗਰੋਂ ਗੁਰੂ ਸਾਹਿਬ ਜੀ ਜਾਗ ਪਏ ਤੇ ਫਿਰ ਗੁਰੂ ਸਾਹਿਬ ਜੀ ਸਾਨੂੰ ਡਾਂਟਣਗੇ। ਉਹਨਾਂ ਦਾ ਚਿੱਤ ਜਿਹੜਾ ਸੀ ਗੁਰੂ ਚਰਨਾਂ ਨਾਲ ਜੁੜਿਆ, ਸਰੀਰ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਸੀ।
ਉਹਨਾਂ ਦੇ ਮਨ ਵਿੱਚ ਵਿਚਾਰ ਸੀ ਵੀ ਗੁਰੂ ਸਾਹਿਬ ਜੀ ਤੇ ਆਈ ਤੀਕਰ ਸੁੱਤੇ ਆ ਤੇ ਆਪਾਂ ਵੀ ਜਾ ਆਉਂਦੇ ਤੇ ਚੰਗੀ ਗੱਲ ਸੀ। ਸਤਿਗੁਰੂ ਸਦਾ ਹੀ ਜਾਗਦਾ ਹੈ। ਸੰਗਤ ਜੀ ਇਹ ਸਾਨੂੰ ਭੁਲੇਖਾ ਹੈ ਵੀ ਗੁਰੂ ਸਾਹਿਬ ਜੀ ਸੌ ਜਾਂਦੇ ਨੇ। ਹਜੂਰ ਕਹਿੰਦੇ ਨਹੀਂ, ਇੱਕੋ ਸਤਿਗੁਰ ਜਾਗਤਾ, ਇੱਕ ਸਤਿਗੁਰੂ ਹੀ ਭਾਈ ਗਿਆਨ ਅਵਸਥਾ ਵਿੱਚ ਜਾਗਦਾ ਹੈ। ਹੋਰ ਜਗ ਸੂਤਾ ਮੋਹਿ ਪਿਆਸ। ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਸਾਰਾ ਜਗਤ ਜਿਹੜਾ ਹੈ ਨਾ, ਇਹ ਮੋਹ ਤੇ ਪਿਆਸ ਦੀ ਨੀਂਦ ਵਿੱਚ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਸਤਿਗੁਰ ਸੇਵਨ ਜਾਗਨ ਸੇ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ, ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ, ਸੰਗਤ ਜੀ ਉਹ ਵੀ ਜਾਗਦੇ ਨੇ। ਜੋ ਰਤੇ ਸੱਚ ਨਾਮ ਗੁਣਤਾਸ। ਜਿਹੜੇ ਸੱਚੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਅਦਾਕਾਰ ਹੋਏ ਨੇ ਨਾ ਜੀ, ਨਾਲੇ ਨਾਮ ਵੀ ਜਪਦੇ ਨੇ, ਨਾਲ ਨਾਲ ਸਤਿਗੁਰੂ ਦੀ ਸੇਵਾ ਵੀ ਕਰਦੇ ਨੇ, ਗੁਰੂ ਦਾ ਉਪਦੇਸ਼ ਵੀ ਕਰਵਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹ ਵੀ ਜਾਗਦੇ ਨੇ। ਮਨਮੁਖ ਅੰਧ ਨ ਚੇਤਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਨਾ ਮਨਮੁਖ ਅਗਿਆਨਤਾ ਕਰਕੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਜਨਮ ਮਰ ਹੋਏ ਬਿਨਾਸ਼। ਜਨਮ ਦਾ ਮਰਦਾ ਤੇ ਨਾਸ ਹੋ ਜਾਂਦਾ ਹੈ। ਨਾਨਕ ਗੁਰਮੁਖ ਤਿਨੀ ਨਾਮ ਧਿਆਇਆ। ਹਜੂਰ ਕਹਿੰਦੇ ਭਾਈ ਉਹਨਾਂ ਗੁਰਮੁਖਾਂ ਨੇ ਨਾਮ ਧਿਆਉਣਾ ਕੀਤਾ ਜਿਨ ਕੋ ਤੁਰ ਪੂਰਬ ਲਿਖਿਆਸ। ਜਿਨ੍ਹਾਂ ਦੇ ਮਸਤਕ ਤੇ ਧੁਰੋਂ ਵਾਹਿਗੁਰੂ ਨੇ ਲਿਖ ਦਿੱਤਾ, ਉਹ ਨਾਮ ਧਿਆਉਂਦੇ ਨੇ, ਉਹ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਸਾਰਾ ਭੋਜਨ ਛਤਿ ਪ੍ਰਕਾਰ। ਪੌੜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਪੌੜੀ ਵਿੱਚ ਹਜੂਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਨਾਮ ਹਮਾਰਾ ਭੋਜਨ ਛਤਿ ਪ੍ਰਕਾਰ। ਹਰੀ ਪਰਮੇਸ਼ਰ ਦਾ ਨਾਮ ਹੀ ਸਾਡਾ 36 ਪ੍ਰਕਾਰ ਦਾ ਭੋਜਨ ਹੈ। ਜਿਤ ਖਾਇਆ ਹਮਕੋ ਤ੍ਰਿਪਤ ਭਈ। ਜਿਸ ਨਾਮ ਰੂਪੀ ਭੋਜਨ ਨੂੰ ਖਾ ਕੇ ਸਾਡੀ ਸਾਰੀ ਭੁੱਖ ਮਿਟ ਜਾਂਦੀ ਹੈ ਤੇ ਸਾਡੇ ਮਨ ਨੂੰ ਤ੍ਰਿਪਤੀ ਹੋ ਜਾਂਦੀ ਹੈ। ਦੁਨਿਆਵੀ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਬੰਦੇ ਨੂੰ ਤ੍ਰਿਪਤੀ ਨਹੀਂ। ਪਹਿਲਾਂ ਸਵੇਰੇ ਖਾਂਦਾ ਹੈ ਸੰਗਤ ਜੀ, ਫਿਰ ਦੁਪਹਿਰੇ ਖਾਂਦਾ ਹੈ ਤੇ ਫਿਰ ਰਾਤ ਨੂੰ ਖਾਂਦਾ ਹੈ ਤੇ ਵਿੱਚ ਵਿੱਚ ਬਿਸਕੁਟ ਵੀ ਚੱਬੀ ਜਾਂਦਾ ਹੈ ਤੇ ਚਾਹ ਵੀ ਪੀਤੀ ਜਾਂਦਾ ਹੈ ਤੇ ਤ੍ਰਿਪਤੀ ਹੁੰਦੀ ਨਹੀਂਗੀ। ਸਾਰਾ ਦਿਨ ਹੀ ਲੱਗਾ ਰਹਿੰਦਾ ਹੈ ਤੇ ਤ੍ਰਿਪਤੀ ਹੁੰਦੀ ਨਹੀਂ, ਰੱਜਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਭਾਈ ਸਾਡਾ ਤਾਂ ਹਰੀ ਦਾ ਨਾਮ ਹੀ 36 ਪ੍ਰਕਾਰ ਦਾ ਭੋਜਨ ਹੈ। ਜਿਸ ਨਾਮ ਰੂਪੀ ਭੋਜਨ ਨੂੰ ਛਕ ਕਰਕੇ ਸਾਨੂੰ ਤ੍ਰਿਪਤੀ ਹੋ ਗਈ ਹੈ, ਸਾਡੀ ਸਾਰੀ ਭੁੱਖ ਮਿਟ ਗਈ ਹੈ। ਹਰ ਨਾਮ ਹਮਾਰਾ ਪੈਨਨ ਜਿਤ ਫਿਰ ਨੰਗੇ ਨਾ ਹੋਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਦਾ ਨਾਮ ਹੀ ਭਾਈ ਸਾਡੇ ਬਸਤਰ ਨੇ। ਹਰੀ ਦੇ ਨਾਮ ਰੂਪੀ ਬਸਤਰ ਜਿਨ੍ਹਾਂ ਨੇ ਪਹਿਨ ਲਏ ਸੰਗਤ ਜੀ, ਫਿਰ ਉਹ ਬੇਪਰਦ ਨਹੀਂ ਹੁੰਦੇ, ਫਿਰ ਉਹ ਨੰਗੇ ਨਹੀਂ ਹੁੰਦੇ। ਇਸੇ ਕਰਕੇ ਹਜੂਰ ਨੇ ਜ਼ਿਕਰ ਕੀਤਾ ਹੈ ਨਾ, ਪਰਮੇਸ਼ਰ ਪਟ ਲਈ, ਪਰਮੇਸ਼ਰ ਦੇ ਨਾਮ ਰੂਪੀ ਬਸਤਰ ਪਹਿਨਣੇ ਕਰੋ। ਜਿਸ ਪਰਮੇਸ਼ਰ ਦੇ ਨਾਮ ਰੂਪੀ ਬਸਤਰ ਪਹਿਨਿਆ ਸੰਗਤ ਜੀ ਕਦੇ ਬੇਪਰਦ ਨਹੀਂ ਹੋਈਦਾ, ਕਦੇ ਨੰਗੇ ਨਹੀਂ ਹੋਈਦਾ। ਵਾਹਿਗੁਰੂ ਪਰਦੇ ਢੱਕਦਾ ਹੈ। ਇਸ ਕਰਕੇ ਹਜੂਰ ਕਹਿੰਦੇ ਨੇ ਹਰੀ ਦਾ ਨਾਮ ਹੀ ਸਾਡੇ ਪਹਿਨਣ ਯੋਗ ਬਸਤਰ ਨੇ। ਜਿਸ ਨਾਮ ਰੂਪੀ ਬਸਤਰਾਂ ਨੂੰ ਪਹਿਨ ਕਰਕੇ ਤੇ ਅਸੀਂ ਫਿਰ ਬੇਪਰਦ ਨਹੀਂ ਹੁੰਦੇ, ਨੰਗੇ ਨਹੀਂ ਹੁੰਦੇ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਜਿਹੜੇ ਆ ਸੰਸਾਰ ਦੇ ਚਮਕੀਲੇ ਭੜਕੀਲੇ ਤਰ੍ਹਾਂ ਤਰ੍ਹਾਂ ਦੇ ਵਿਕਾਰ ਪੈਦਾ ਕਰਨ ਵਾਲੇ ਬਸਤਰ ਨੇ ਨਾ, ਇਹ ਪਹਿਨਣ ਦੀ ਸਾਡੀ ਸ਼ਰਧਾ ਚਲੇ ਗਈ ਹੈ।
ਸਾਡੇ ਮਨ ਵਿੱਚ ਭਾਵਨਾ ਹੀ ਨਹੀਂ ਹੈਗੀ ਵੀ ਇਹ ਪਹਿਨ ਲਈਏ। ਸੰਗਤ ਜੀ, ਜਿਹੜੇ ਨਾਮ ਦੇ ਰਸੀਏ ਨੇ ਨਾ, ਵਾਹਿਗੁਰੂ ਨਾਲ ਜੁੜੇ ਹੋਏ ਨੇ, ਉਹ ਇਹਨਾਂ ਵਸਤਰਾਂ ਦੇ ਵਿੱਚ ਮਨ ਨਹੀਂ ਜੋੜਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹੀ ਜੋੜਦੇ ਨੇ ਜਿਨ੍ਹਾਂ ਦੇ ਮਨ ਅੰਦਰ ਨਾਮ ਸਿਮਰਨ ਨਹੀਂ। ਠੀਕ ਹੈ, ਪਰਦਾ ਤਾਂ ਹਰੇਕ ਨੇ ਢੱਕਣਾ ਹੁੰਦਾ ਹੈ, ਸਰੀਰ ਹਰੇਕ ਨੇ ਢੱਕਣਾ ਸੰਗਤ ਜੀ, ਪਰ ਕਈ ਕੱਪੜੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਪਹਿਨਣ ਦੇ ਨਾਲ ਵਿਕਾਰ ਪੈਦਾ ਹੁੰਦੇ। ਇਸੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਨਾ, ਹੋਰ ਪਹਿਨਣ ਖੁਸ਼ੀ ਕੁਵਾਰ, ਜਿਤ ਪੈਦੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਹੋਰ ਜਿਹੜੇ ਅਸੀਂ ਚਮਕੀਲੇ ਭੜਕੀਲੇ ਲਿਬਾਸ ਪਹਿਨਦੇ ਹਾਂ, ਜਿਨ੍ਹਾਂ ਦੇ ਪਹਿਨਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ, ਤੇ ਵਿਕਾਰ ਪੈਦਾ ਹੋਣ ਨਾਲ ਫਿਰ ਸੰਗਤ ਜੀ ਇਹ ਸਰੀਰ ਜਿਹੜਾ ਪੀੜਿਆ ਜਾਂਦਾ ਹੈ, ਉਹਨਾਂ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹੋਰ ਪਹਿਨਣ ਕੀ, ਹੋਰ ਜਿਹੜੇ ਸੰਸਾਰੀ ਵਸਤਰ ਨੇ ਨਾ, ਇਹ ਪਹਿਨਣ ਦੀ ਹਮਾਰੀ ਸ਼ਰਤ ਗਈ, ਸਾਡੀ ਭਾਵਨਾ ਹੀ ਮੁੱਕ ਗਈ ਹੈ। ਸਾਨੂੰ ਹੁਣ ਨਾਮ ਰੂਪੀ ਕੱਪੜੇ ਮਿਲ ਗਏ ਨੇ ਜਿਹੜੇ ਸਦਾ ਹੀ ਸਾਡਾ ਪਰਦਾ ਢੱਕਦੇ ਨੇ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਾਪਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਤਾਂ ਭਾਈ ਹਰੀ ਦਾ ਨਾਮ ਹੀ ਸਾਡਾ ਵਣਜ ਹੈ, ਹਰੀ ਦਾ ਨਾਮ ਹੀ ਸਾਡਾ ਵਪਾਰ ਹੈ, ਨਾਮ ਨਾਲ ਹੀ ਸਾਡਾ ਲੈਣ ਦੇਣ ਹੈ, ਨਾਮ ਨਾਲ ਹੀ ਸਾਡਾ ਵਪਾਰ ਚੱਲਦਾ। ਹਰ ਨਾਮੈ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ। ਹਰੀ ਪਰਮੇਸ਼ਰ ਦੇ ਨਾਮ ਦੀ ਹੀ ਸਾਨੂੰ ਸਤਿਗੁਰੂ ਜੀ ਨੇ ਸੰਗਤ ਜੀ ਖੁਦ ਮੁਖਤਿਆਰੀ ਦਿੱਤੀ ਹੋਈ ਹੈ। ਕਾਰ ਕੁੰਨੀ ਦਾ ਅਰਥ ਵਿਦਵਾਨਾਂ ਨੇ ਕੀਤਾ ਖੁਦ ਮੁਖਤਿਆਰੀ। ਕਾਰਕੁਨੀ ਦਾ ਇਹ ਵੀ ਅਰਥ ਵਿਦਵਾਨਾਂ ਨੇ ਕੀਤਾ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕਾਰ ਕਰਨ ਦੀ ਆਗਿਆ ਦਿੱਤੀ ਹੈ। ਸਤਿਗੁਰ ਕਹਿਆ ਸਾਕਾਰ ਕਮਾਵੋ। ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਜੀ? ਕਾਰ ਕਰੋ, ਸੇਵਾ ਕਰੋ, ਕੰਮ ਕਰੋ। ਪਰ ਨਾਲ ਹਜ਼ੂਰ ਨੇ ਕਿਹਾ ਗੁਰ ਕੀ ਕਰਨੀ ਕਾਹੇ ਧਾਵੋ। ਤੇ ਗੁਰੂ ਦੀ ਕਰਨੀ ਵਾਲੇ ਪਾਸੇ ਤੁਸੀਂ ਕਿਉਂ ਦੌੜਦੇ ਹੋ? ਵੀ ਜਿਵੇਂ ਗੁਰੂ ਬੈਠਾ ਅਸੀਂ ਵੀ ਬੈਠੀਏ? ਨਹੀਂ, ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਕਾਰ ਕਰੋ। ਸਤਿਗੁਰੂ ਜੀ ਨੇ ਸਾਨੂੰ ਇਹ ਕਾਰ ਕਰਨ ਵਾਸਤੇ ਹੁਕਮ ਦਿੱਤਾ ਹੈ, ਸਾਨੂੰ ਖੁਦ ਮੁਖਤਿਆਰੀ ਦਿੱਤੀ ਹੈ ਨਾਮ ਦੀ। ਹਰ ਨਾਮੈ ਕਾ ਹਮ ਲੇਖਾ ਲਿਖਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਅਸੀਂ ਹਿਰਦੇ ਰੂਪੀ ਕਾਗਜ਼ ਦੇ ਉੱਤੇ ਸੋ ਪ੍ਰੇਮ ਰੂਪੀ ਕਲਮ ਲੈ ਕਰਕੇ ਭਾਵਨਾ ਰੂਪੀ ਸ਼ਾਹੀ ਦੇ ਨਾਲ ਨਾਮ ਦਾ ਲੇਖਾ ਲਿਖਣਾ ਕੀਤਾ। ਸਭ ਜਮ ਕੀ ਅਗਲੀ ਕਾਣ ਗਈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਜਮਾਂ ਦੀ ਅਗਲੀ ਕਾਣ ਹੈ ਨਾ ਜੀ, ਉਹ ਸਾਰੀ ਦੀ ਸਾਰੀ ਚਲੇ ਗਈ ਹੈ। ਹੁਣ ਜਮਾਂ ਦੀ ਕੋਈ ਕਾਣ ਘਨੌੜ ਨਹੀਂ ਰਹੀ। ਜਦੋਂ ਅਸੀਂ ਨਾਮ ਦਾ ਲੇਖਾ ਲਿਖਿਆ ਹੁਣ ਜਮਾਂ ਦਾ ਕੋਈ ਵਾਸੀ ਨਹੀਂ ਚੱਲੇਗਾ। ਤੇ ਜਿਨ੍ਹਾਂ ਨੇ ਨਾਮ ਦਾ ਲੇਖਾ ਹੀ ਨਹੀਂ ਲਿਖਿਆ ਉਹਨਾਂ ਨੂੰ ਤੇ ਜਮਾਂ ਨੇ ਧੌਣੋਂ ਫੜਨਾ ਹੀ ਫੜਨਾ ਸੰਗਤ ਜੀ। ਉਹਨਾਂ ਦਾ ਤੇ ਫਿਰ ਲਿਹਾਜ਼ ਨਹੀਂ ਨਾ ਕਰਨਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਮਾਂ ਦੀ ਜਿਹੜੀ ਅਗਲੀ ਕਾਣ ਘਨੌੜ ਸੀ ਨਾ ਉਹ ਵੀ ਚਲੇ ਗਏ। ਹਰਿ ਕਾ ਨਾਮ ਗੁਰਮੁਖ ਕਿਨੈ ਵਿਰਲਾ ਧਿਆਇਆ। ਹਜ਼ੂਰ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਕਿਸੇ ਕਿਸੇ ਟਾਵੇਂ ਟਾਵੇਂ ਗੁਰਮੁਖ ਨੇ ਧਿਆਉਣਾ ਕੀਤਾ। ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਾਈ। ਜਿਨ੍ਹਾਂ ਨੂੰ ਧੁਰੋਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਕਰਮਾਂ ਰੂਪੀ ਲਿਖਤ ਜਿਹੜੀ ਹੈ ਨਾ ਉਹਨਾਂ ਦੇ ਮੱਥੇ ਉੱਤੇ ਪਈ ਹੈ, ਉਹਨਾਂ ਦੇ ਮੱਥੇ ਤੇ ਲਿਖਿਆ ਗਿਆ ਹੈ। ਸੰਗਤ ਜੀ ਸਿਮਰਨ ਕਰਨਾ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠਣ ਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਿਰਲੇ ਵਿਰਲੇ ਗੁਰਮੁਖ ਪਿਆਰੇ ਨਾਮ ਧਿਆਉਂਦੇ ਨੇ, ਜਪਦੇ ਨੇ, ਸਿਮਰਨ ਭਜਨ ਕਰਦੇ ਨੇ। ਇਹ ਸਤਿਗੁਰੂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਹੁਕਮਨਾਮੇ ਵਿੱਚ
ਸੰਗਤ ਜੀ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਵੀ ਗੁਰੂ ਦੀ ਸੇਵਾ, ਗੁਰ ਸ਼ਬਦ ਦਾ ਅਭਿਆਸ ਜ਼ਰੂਰ ਕਰੀਏ, ਤਾਂ ਫਿਰ ਜਮਾਂ ਦੀ ਜਿਹੜੀ ਕਾਣ ਕਨੌੜ ਹੈ ਉਹ ਜਾਂਦੀ ਰਹੇਗੀ। ਫਿਰ ਜਮਦੂਤ ਸਾਨੂੰ ਪੁੱਛ ਨਹੀਂ ਸਕਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਅਤੇ ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ, ਫਿਰ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਮੁੱਚੇ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਹਰ ਨਾਮੈ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਬਿਨੈ ਬਿਰਲਾ ਧਿਆਇਆ, ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।